ਸਹਿ ਰਜਾਇ 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 ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ। ਬੜੇ ਵਡੇਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਤੇ ਜੀਆਂ ਰਿਜਕ ਸੰਭਾਏ। ਸਾਈ ਕਰ ਕਮਾਵਣੀ ਤੁਰ ਛੋੜੀ ਤਨੈ ਪਾਏ। ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ। ਸੁਧ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਦਿਵਸ ਰਾਤ ਵਿਦਾਈ ਦਾ ਅਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਬਾਚਾ ਧਰਮਾ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਹੁਣ ਆਪ ਜੀ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਲੜੀਵਾਰ ਗੁਰਬਾਣੀ ਦੀ ਕਿਤਾਬ ਦੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰ। ਗੁਰਬਾਣੀ ਕਹੈ ਸੇਵਕ ਜਨ ਮਨ। ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ। ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਓ ਸਾਰਿੰ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਨਾਮ ਵਾਹਿਗੁਰੂ ਜੀਓ। ਵੈਸਾਖ ਧੀਰਨ ਕਿਉ ਵਾਢੀਆ। ਜਿਨਾ ਪ੍ਰੇਮ ਬਿਸ਼ੋ। ਹਰ ਸਾਜਨ ਪੁਰਖ ਵੈਸਾਰ ਕੈ। ਲੱਗੀ ਮਾਇਆ ਤੋ। ਪੁੱਤਰ ਕਲਤਰ ਨ ਸੰਗ ਧਨਾ। ਹਰ ਅਵਿਨਾਸ਼ੀਓ। ਪਾਲਚ ਪਾਲਚ ਸਗਲੀ ਮੂਈ। ਝੂਠੈ ਧੰਦਾ ਮੋਹ। ਇਕਸ ਹਰ ਕੇ ਨਾਮ ਬਿਨੁ। ਅਗੈ ਲਈਐ ਖੋਹੇ। ਦਈਓ ਵਿਸਾਰ ਵਿਗੁਚਣਾ। ਪ੍ਰਭ ਬਿਨ ਅਵਰ ਨਾ ਕੋਇ। ਪ੍ਰੀਤਮ ਚਾਰਣੀ ਜੋ ਲਗੇ। ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ।
ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਭੇਟੈ ਹਰਿ ਸੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਭੇਟੈ ਹਰਿ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸ਼ਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਸੋ ਅੱਜ ਵਿਸਾਖ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਇਸੇ ਹੀ ਦਿਨ ਸਾਹਿਬ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਪਿਆਰੇ ਸਾਜੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਵਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੰਮ੍ਰਿਤ ਮਹਾਰਾਜ ਨੇ ਪੰਜਾਂ ਨੂੰ ਛਕਾਇਆ, ਪੰਜ ਪਿਆਰੇ ਸਾਜੇ, ਅਤੇ ਆਪ ਵੀ ਅੰਮ੍ਰਿਤ ਛਕਿਆ। ਸੋ ਖਾਲਸਾ ਬਣਾਇਆ, ਆਪ ਖਾਲਸਾ ਬਣੇ, ਇੱਕ ਰੂਪ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ। ਸੋ ਭਾਵ ਆਪਣੇ ਵਰਗਾ ਬਣਾ ਲਿਆ। ਮਹਾਰਾਜ ਜੀ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਜਾ ਮੈਂ ਭੀਤ ਨ ਰੰਚ ਪਛਾਨੋ। ਫਿਰ ਸਤਿਗੁਰਾਂ ਦੇ ਆਪਣੇ ਹੀ ਵਚਨ ਨੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰ ਵੀ ਕੋ ਸਾਜਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਦਾਸ, ਪਰ ਅਕਾਲ ਪੁਰਖ ਅਤੇ ਗੁਰੂ ਕਲਗੀਧਰ ਵਿੱਚ ਕੋਈ ਭੇਦ ਨਹੀਂ। ਅਕਾਲ ਪੁਰਖ ਦੇ ਪੁੱਤਰ ਮਹਾਰਾਜ ਪਾਤਸ਼ਾਹ ਸਾਹਿਬ ਜੀ ਨੇ ਆਪਣਾ ਰੂਪ ਜਿਹੜਾ ਆ ਉਹ ਖਾਲਸੇ ਨੂੰ ਦਿੱਤਾ, ਅਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਦੇ ਵਚਨ ਨੇ। ਇਹ ਅੱਜ ਦੇ ਦਿਨ ਮਹਾਰਾਜ ਨੇ ਖੇਡ ਖੇਡੀ ਹੈ, ਵਿਸਾਖੀ ਵਾਲੇ ਦਿਨ। ਉਂਝ ਵਿਸਾਖੀ ਦਾ ਜਿਹੜਾ ਪੁਰਬ ਹੈ, ਗੁਰੂ ਘਰ ਵਿੱਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਿਆ ਸੀ। ਉਹ ਕਿਉਂ? ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਜਿਹੜਾ ਵਿਸਾਖ ਦਾ ਮਹੀਨਾ ਅਕਾਲ ਪੁਰਖ ਨੂੰ ਬੜਾ ਚੰਗਾ ਲੱਗਦਾ। ਵਿਸਾਖ ਨਾਨਕ ਵਿਸਾਖੀ ਪ੍ਰਭਾਵ ਹੈ। ਸੋ ਇਹ ਰੱਬ ਨੂੰ ਚੰਗਾ ਲੱਗਦਾ। ਬੌਲੀ ਸਾਹਿਬ ਦੀ ਰਚਨਾ ਹੋਈ ਹੈ, ਅਤੇ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਉੱਥੇ ਬੜਾ ਭਾਰੀ ਮੇਲਾ ਕੀਤਾ ਸੀ, ਬੜਾ ਭਾਰੀ ਇਕੱਠ ਕੀਤਾ ਸੀਗਾ। ਸਾਹਿਬ ਜੀ ਨੇ ਇਹ ਹੁਕਮ ਹੀ ਜਾਰੀ ਕਰ ਦਿੱਤਾ ਸੀਗਾ ਕਿ ਜਦੋਂ ਵਿਸਾਖੀ ਹੋਇਆ ਕਰੇਗੀ, ਉਦੋਂ ਸਾਰੀਆਂ ਸੰਗਤਾਂ ਨੇ ਗੁਰੂ ਘਰ ਵਿੱਚ ਆਉਣਾ। ਮਹਾਰਾਜ ਜੀ ਦਾ ਫਰਮਾਨ ਹੈ। ਗੁਰੂ ਕਲਗੀਧਰ ਮਹਾਰਾਜ ਅੰਮ੍ਰਿਤ ਤਿਆਰ ਕਰਦੇ ਹੈ, ਪੰਜ ਪਿਆਰੇ ਸਾਜ ਦੇ ਅੱਜ ਦੇ ਦਿਨ। 1 ਮਹੀਨਾ ਪਹਿਲੋਂ ਹੁਕਮਨਾਮੇ ਲਿਖ ਦਿੱਤੇ ਸੀ ਮਹਾਰਾਜ ਨੇ ਵੀ ਹਾਂ ਵੀ ਇਸ ਵਿਸਾਖੀ 'ਤੇ ਸਭਨਾਂ ਨੇ ਆਉਣਾ, ਹਾਜ਼ਰੀਆਂ ਭਰਨੀਆਂ। ਉਸ ਤੋਂ ਬਾਅਦ ਫਿਰ ਸਿੰਘਾਂ ਨੇ ਵਿਸਾਖੀ 'ਤੇ ਕਦੀ ਢਿੱਲ ਮੱਠ ਨਹੀਂ ਕੀਤੀ। ਜਦੋਂ ਵਿਸਾਖੀ ਤੋਂ ਪਹਿਲਾਂ ਹੀ ਪਹੁੰਚਣਾ ਸ਼ੁਰੂ ਕਰਦੇ ਅਤੇ ਗੁਰੂ ਘਰ ਦੇ ਵਿੱਚ ਸਾਡੇ ਹੁਣ ਧੰਨ ਭਾਗ ਨੇ, ਸਾਨੂੰ ਕੋਈ ਏਡੀ ਮੁਸ਼ਕਲਾਤ ਵੀ ਨਹੀਂ ਹੈ ਵੀ ਅਸੀਂ ਗੁਰੂ ਦੇ ਘਰ ਦੇ ਵਿੱਚ ਹਾਜ਼ਰੀ ਨਾ ਭਰ ਸਕੀਏ। ਸਮਾਂ ਚੰਗਾ ਹੈ, ਹੁਣ ਆ ਸਕਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ। ਅਤੇ ਗੁਰੂ ਦਾ ਹੁਕਮ ਹੈ
ਭਾਈ ਇਸ ਮਹੀਨੇ ਤੇ ਇਹ ਮਹੀਨੇ ਦੀ ਜਿਹੜੀ ਪਹਿਲੀ ਤਰੀਕ ਹੈ ਤੇ ਹਾਜ਼ਰੀਆਂ ਭਰਿਆ ਕਰੋ। ਮਹਾਰਾਜ ਨੇ ਕਿਰਪਾ ਕੀਤੀ ਹੈ, ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ ਤੇ ਭਾਈ ਜੇ ਜੀਵਨ ਨੂੰ ਮਹਾਰਾਜ ਨੇ ਹੁਣ ਸੌਖਾ ਬਣਾਇਆ, ਘਰ ਪਰਿਵਾਰ ਸਭ ਸੁੱਖ ਆਨੰਦ ਮਹਾਰਾਜ ਦੀਆਂ ਦਾਤਾਂ ਨੇ, ਤੇ ਸਾਨੂੰ ਜ਼ਰੂਰ ਇਸ ਦਿਨ ਨੂੰ ਸਾਰਿਆਂ ਨੂੰ ਅੱਗੇ ਹੋ ਕੇ ਮਿਲ ਕੇ ਮਿਲ ਕੇ ਇਹ ਦਿਨ ਮਨਾਉਣਾ ਚਾਹੀਦਾ। ਮਿਲਵੇ ਕੀ ਮਹਿਮਾ ਵਰਨ ਨਾ ਸਾਕੋ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਜਦੋਂ ਬੈਠ ਕੇ ਬਾਣੀ ਪੜ੍ਹੀ ਦੀ ਸੁਣੀ ਦੀ ਹੈ, ਕੁਝ ਵੀ ਕਹਿਣਾ ਨਹੀਂ ਪੈਂਦਾ, ਕੁਝ ਸਫਾਈ ਨਹੀਂ ਦੇਣੀ ਪੈਂਦੀ, ਕੁਝ ਪੁੱਛਣਾ ਨਹੀਂ ਪੈਂਦਾ। ਉਹ ਬਾਣੀ ਦੀ ਕਿਰਪਾ ਦੇ ਨਾਲ ਮਨਾਂ ਦੇ ਭਰਮ ਜਿਹੜੇ ਨੇ ਉਹ ਸਾਰੇ ਚੱਕੇ ਜਾਂਦੇ ਨੇ। ਸਿਰਫ ਇਕੱਠੇ ਹੋ ਕੇ ਬਾਣੀ ਪੜ੍ਹਨੀ ਸੁਣਨੀ ਹੈ, ਸਾਰੇ ਭਰਮ ਦੂਰ ਹੋ ਜਾਂਦੇ ਨੇ। ਸੋ ਵਿਸਾਖ ਦੇ ਮਹੀਨੇ ਦਾ ਜੋ ਫਲਾਦੇਸ਼ ਹੈ, ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਕੀ ਉਪਦੇਸ਼ ਦਿੱਤਾ। ਉਂਝ ਤਾਂ 2 ਵਾਰੀ 12 ਮਾਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ। ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ 12 ਮਾਹ ਉਚਾਰਨ ਕੀਤਾ। ਉਂਝ 12 ਮਾਹ ਤਾਂ ਹੋਰ ਵੀ ਕਈ ਕਵੀਆਂ ਨੇ ਉਚਾਰਨ ਕੀਤਾ, ਪਰ ਜੋ ਗੁਰੂ ਸਾਹਿਬਾਨਾਂ ਨੇ 12 ਮਾਹ ਉਚਾਰਨ ਕੀਤਾ, ਇਸੇ ਨੂੰ ਹੀ ਮਾਨਤਾ ਹੈ। ਸੋ ਆਪਾਂ ਇਹਦੀ ਰੋਸ਼ਨੀ ਲੈਣੀ ਹੈ, ਇਹਦੇ ਕੋਲੋਂ ਉਪਦੇਸ਼ ਲੈਣਾ। ਮਹਾਰਾਜ ਪਾਤਸ਼ਾਹ ਜੀ ਕੀ ਕਹਿੰਦੇ ਨੇ, ਸਾਡੇ ਵਾਸਤੇ ਉਪਦੇਸ਼ ਕੀ ਹੈ। ਇਹ ਤਾਂ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ 12 ਮਾਹਾਂ ਦੀ ਬਾਣੀ ਬਖਸ਼ਿਸ਼ ਕਰ ਦਿੱਤੀ। ਉਹ ਦੇਖੋ ਮਹੀਨਿਆਂ ਦੀ ਬਾਣੀ ਮਹਾਰਾਜ ਨੇ ਸਾਨੂੰ ਦਿੱਤੀ, ਫਿਰ ਹਫ਼ਤਿਆਂ ਦੀ ਵੀ ਦਿੱਤੀ ਹੈ। ਸੋਮਵਾਰ, ਮੰਗਲਵਾਰ, ਬੁੱਧਵਾਰ, ਇਕੱਲੇ ਇਕੱਲੇ ਦਿਨ ਦਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ। ਥਿੱਤਾਂ ਦੀ ਬਾਣੀ ਦਿੱਤੀ ਹੈ ਸਾਨੂੰ, ਏਕਮ, ਦੂਜ, ਤੀਜਾ, ਮੱਸਿਆ, ਪੁੰਨਿਆ, ਇਹਨਾਂ ਦੀ ਬਾਣੀ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਹੈ। ਸੋ ਜੋ ਵੀ ਤਿਉਹਾਰ ਨੇ ਸੋ ਪ੍ਰਚਲਿਤ ਸੀਗੇ, ਜਾਂ ਜੋ ਦਿਨ ਨੇ, ਦਿਨ ਦਿਹਾਰ ਆਪਾਂ ਕਹਿੰਦੇ ਦਿਨ ਦਿਹਾਰ, ਸੋ ਜੋ ਵੀ ਮਸ਼ਹੂਰ ਸੀਗੇ ਉਹ ਸਾਰੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ, ਉਪਦੇਸ਼ ਦਿੱਤਾ ਹੋਇਆ। ਹੁਣ ਸੰਗਰਾਂਦ 'ਤੇ ਜੇ ਮਹਾਰਾਜ ਨਾ ਸਾਨੂੰ ਮਹੀਨਿਆਂ ਦੀ ਬਾਣੀ ਦਿੰਦੇ, ਅਸੀਂ ਵੀ ਕੋਈ ਪੰਡਿਤ ਲੱਭਣਾ ਸੀ ਵੀ ਸਾਨੂੰ ਮਹੀਨੇ ਦਾ ਫਲਾਦੇਸ਼ ਸੁਣਾ ਦੇਵੇ। ਅਤੇ ਮਹਾਰਾਜ ਨੇ ਇਹ ਸਾਨੂੰ ਆਜ਼ਾਦੀ ਦੇ ਦਿੱਤੀ ਹੈ ਵੀ ਇਹ ਨਹੀਂ ਵੀ ਗੁਰਦੁਆਰੇ ਬਾਕੀ ਦੇ ਨਾਂ 'ਤੇ ਮਹੀਨੇ ਦਾ ਨਾਂ ਸੁਣਨ ਵਾਸਤੇ ਕਿਸੇ ਮੰਦਿਰ 'ਚ ਸਾਨੂੰ ਜਾਣਾ ਪਵੇ, ਕਿਤੇ ਹੋਰ ਧਾਰਮਿਕ ਸਥਾਨ 'ਤੇ ਜਾਣਾ ਪਵੇ। ਨਹੀਂ, ਇੱਥੇ ਸਾਰਾ ਕੁਝ ਮਿਲਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਸਾਰਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਹੁਣ ਜਿੱਦਾਂ ਚੇਤ ਦਾ ਮਹੀਨਾ ਇਹ ਸਮਾਪਤ ਹੋਇਆ, ਉਦੋਂ ਧਰਤੀ ਜਾਗਦੀ ਹੈ। ਚੇਤ ਦੇ ਮਹੀਨੇ ਵਿੱਚ ਚੇਤਨਤਾਈ ਦੇ ਵਿੱਚ ਆਉਂਦੀ ਹੈ ਧਰਤੀ। ਹੁਣ ਜਦੋਂ ਧਰਤੀ ਜਾਗ ਗਈ ਹੈ ਨਾ, ਫਿਰ ਜਿੰਨੀ ਕੁਦਰਤ ਹੈ ਇਸ ਨੂੰ ਇੱਕ ਨਵਾਂ ਵੇਸ਼ ਆ ਜਾਂਦਾ, ਕਿਉਂਕਿ ਧਰਤੀ ਜਾਗ ਗਈ। ਹੁਣ ਕਰਤੇ ਕੇ ਕੀਤੇ ਵੇਸ਼, ਕਰਤੇ ਦੇ ਵੇਸ਼ ਤਾਂ ਬਹੁਤ ਜ਼ਿਆਦਾ ਹੈ। ਅਸੀਂ ਤਾਂ 6 ਰੁੱਤਾਂ ਹੀ ਮੰਨਦੇ ਹਾਂ। ਰੁੱਤ ਤਾਂ ਇੱਕ ਇੱਕ ਦਿਨ 'ਚ ਕਿੰਨੀ ਵਾਰੀ ਚੇਂਜ ਹੋ ਜਾਂਦੀ ਹੈ। ਜਿਹੜੀ ਰੁੱਤ ਹੈ ਸੋ ਇੱਕ ਦਿਨ ਦੇ ਵਿੱਚ ਹੀ ਕਿੰਨੀ ਵਾਰੀ ਰੁੱਤ ਚੇਂਜ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਜਿਹੜਾ ਵਚਨ ਕੀਤਾ ਨਾ, ਸੂਰਜ ਇੱਕੋ ਰੁੱਤ ਅਨੇਕ, ਅਨੇਕਾਂ ਰੁੱਤਾਂ ਨੇ ਭਾਈ ਬਣੀਆਂ ਹੋਈਆਂ। ਮੌਸਮ ਚੇਂਜ ਹੋ ਗਈ, ਰੁੱਤ ਚੇਂਜ ਹੋ ਗਿਆ। ਮੌਸਮ ਜਦੋਂ ਚੇਂਜ ਹੋਣ ਨਾਲ ਹੀ ਰੁੱਤ ਬਦਲ ਜਾਂਦੀ ਹੈ। ਇਹ ਉਹਦੀ ਕਰਤੇ ਦੀ ਸਾਰੀ ਕੁਦਰਤ ਹੈ, ਕੁਦਰਤ ਦੀ ਸਾਰੀ ਖੇਡ ਹੈ। ਅਤੇ ਕਰਤੇ ਦੀ ਜੋ ਕੁਦਰਤ ਦਾ ਹੈ, ਇਸ ਦੇ ਸੰਬੰਧ ਵਿੱਚ ਅਸੀਂ ਕੀ ਜਾਣ ਸਕਦੇ? ਅਸੀਂ ਕੁਝ ਨਹੀਂ ਜਾਣ ਸਕਦੇ। ਹਾਂ, ਬਾਣੀ ਦੇ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ ਹੈ, ਬਾਣੀ ਦੇ ਵਿੱਚੋਂ ਆਪਾਂ ਸਮਝ ਸਕਦੇ ਹਾਂ। ਹੁਣ ਮਹਾਰਾਜ ਕਹਿੰਦੇ ਨੇ ਭਈ ਧਰਤੀ ਸੁੱਤੀ ਅਤੇ ਜਾਗੀ ਆ। ਹੁਣ ਵਿਸਾਖ ਦੇ ਮਹੀਨੇ ਜਦੋਂ ਹੀ ਧਰਤੀ ਜਾਗੀ, ਫਿਰ ਨਵੀਆਂ ਨਵੀਆਂ ਸ਼ਾਖਾਂ ਉਹ ਫੁੱਟਣ ਲੱਗਦੀਆਂ ਹੈ ਨਾ। ਪਾਤਸ਼ਾਹ ਕਹਿੰਦੇ ਨਾ, ਜਦੋਂ ਸ਼ੁਰੂ ਕਰਦੇ ਆ ਮਹੀਨਾ, ਕਹਿੰਦੇ ਵੈਸਾਖ ਸ਼ਬਦ ਵਰਤਿਆ, ਵੈਸਾਖ ਉਹ ਸ਼ਾਖਾ
ਵੈ ਕੀ ਹੋ ਗਿਆ? ਉਹ ਸਾਖ ਸਾਖਾ। ਹੁਣ ਸਾਖਾ ਦਾ ਵੇਸ ਹੈ ਕੁਦਰਤ ਦਾ। ਕੁਦਰਤ ਦਾ ਕਾਹਦਾ ਵੇਸ ਹੈ? ਕੁਦਰਤ ਦਾ ਵੇਸ ਹੈ ਜੋ ਘਾਹ ਫੂਸ ਨਵਾਂ ਉੱਗਿਆ, ਜੋ ਦਰਖਤਾਂ ਨੂੰ ਪੱਤੇ ਲੱਗੇ, ਫੁੱਲ ਲੱਗੇ, ਇਹ ਸਾਰਾ ਕੁਦਰਤ ਦਾ ਵੇਸ ਆ ਗਿਆ। ਵੈ ਸਾਖ ਧੀਰਨ ਕਿਉਂ ਵਾਡੀਆ, ਜਿਨਾ ਪ੍ਰੇਮ ਵਿਸ਼ੋ। ਇਹਨਾਂ ਦਿਨਾਂ ਦੇ ਵਿੱਚ ਹੁਣ ਫਸਲਾਂ ਭਾਵ ਕਣਕ ਜਿਹੜੀ ਆ ਉਹ ਪੱਕ ਜਾਂਦੀ ਹੈ, ਵਾਢੀਆਂ ਆ ਜਾਂਦੀਆਂ ਜੀ। ਹੁਣ ਜਦੋਂ ਵਿਸਾਖ ਦਾ ਮਹੀਨਾ ਆਉਂਦਾ ਹੈ, ਜਿਹੜੇ ਵਾਢੇ ਹੁੰਦੇ ਨੇ ਉਹਨਾਂ ਨੂੰ ਕਿਤੇ ਧੀਰਜ ਹੈ। ਉਹ ਕਹਿੰਦੇ ਜਿੰਨੀ ਛੇਤੀ ਹੋ ਸਕਦਾ ਭਾਈ ਕਣਕ ਵੱਢ ਲਈਏ। ਧੀਰਨ ਕਿਉਂ ਵਾਢੀ, ਜਿਹੜੇ ਵਾਢੇ ਨੇ ਵਾਢਿਆਂ ਨੂੰ ਧੀਰਜ ਨਹੀਂ ਹੈ। ਫਸਲ ਨੂੰ ਵੀ ਧੀਰਜ ਨਹੀਂ ਹੈ, ਜ਼ਿਮੀਂਦਾਰ ਨੂੰ ਵੀ ਧੀਰਜ ਨਹੀਂ ਹੈ। ਜਿਹੜੇ ਕਾਮੇ ਨੇ ਵੱਢਣੇ ਵਾਲੇ ਉਹਨਾਂ ਨੂੰ ਵੀ ਧੀਰਜ ਨਹੀਂ ਹੈ। ਫਸਲ ਵੀ ਡਰਦੀ ਹੈ, ਫਸਲ ਡਰਦੀ ਹੈ ਵੀ ਉੱਪਰੋਂ ਜੇ ਗੜਿਆਂ ਦੀ ਮਾਰ ਹੋ ਗਈ ਤਾਂ ਸਾਡਾ ਕੀ ਬਣੇਗਾ। ਜੇ ਤਾਂ ਅਸੀਂ ਮਾਲਕ ਦੇ ਘਰ ਵਿੱਚ, ਦਾਣੇ ਕਹਿੰਦੇ ਨੇ ਮਾਲਕ ਦੇ ਘਰ ਵਿੱਚ ਜੇ ਚਲੇ ਗਏ ਫਿਰ ਤਾਂ ਸਾਡੀ ਕੀਮਤ ਹੈ, ਸਾਡਾ ਮੁੱਲ ਹੈ। ਜੇ ਉੱਪਰੋਂ ਗੜਿਆਂ ਦੀ ਮਾਰ ਪੈ ਗਈ ਫਿਰ ਸਾਡੀ ਕੋਈ ਕੀਮਤ ਨਹੀਂ, ਫਿਰ ਮਿੱਟੀ 'ਚ ਰੁਲ ਜਾਣਾ, ਇੱਥੇ ਮਿੱਟੀ 'ਚ ਰੁਲ ਜਾਣੇ। ਸੇ ਉਹਨਾਂ ਦੇ ਮਨ ਵਿੱਚ ਵੀ ਡਰ ਹੈ। ਉਹ ਵੀ ਉਹਨਾਂ ਫਸਲ ਦੇ ਅੰਦਰ ਵੀ ਧੀਰਜ ਨਹੀਂ ਹੈ, ਜ਼ਿਮੀਂਦਾਰ ਦੇ ਅੰਦਰ ਵੀ ਧੀਰਜ ਨਹੀਂ ਹੈ। ਉਹ ਵੀ ਕਹਿੰਦਾ ਛੇਤੀ ਤੋਂ ਛੇਤੀ ਇਹਨੂੰ ਵੱਢ ਕੇ ਘਰ ਲੈ ਜਾਵਾਂ। ਜਿਹੜੇ ਵੱਢਣੇ ਵਾਲੇ ਨੇ ਉਹਨਾਂ ਦੇ ਅੰਦਰ ਵੀ ਧੀਰਜ ਨਹੀਂ ਹੈ। ਠੀਕ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਜਿਨ੍ਹਾਂ ਪ੍ਰੇਮ ਵਿਸ਼ੋ, ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੋ ਗਿਆ, ਪਰਮਾਤਮਾ ਪਰਮੇਸ਼ਰ ਦੇ ਨਾਲੋਂ ਮੈਂ ਵਿਛੜਿਆ ਹੋਇਆ, ਇਹ ਅਹਿਸਾਸ ਹੋ ਜਾਣਾ। ਜਿੰਨਾ ਚਿਕਰ ਅਹਿਸਾਸ ਨਹੀਂ ਹੋਇਆ ਉਨਾ ਚਿਕਰ ਪ੍ਰੇਮ ਨਹੀਂ ਪੈਦਾ ਹੋਇਆ। ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਉਹਨਾਂ ਦੇ ਅੰਦਰੋਂ ਪ੍ਰੇਮ ਦੀ ਖਿੱਚ ਜਾਗਦੀ ਹੈ। ਫਿਰ ਧੀਰਜ ਨਹੀਂ ਹੈ, ਫਿਰ ਧੀਰਜ ਨਹੀਂ ਹੈ, ਫਿਰ ਹਰ ਇੱਕ ਤਰ੍ਹਾਂ ਦਾ ਇਹ ਹੀਲਾ ਵਸੀਲਾ ਕਰਦਾ। ਅੱਜ ਅਸੀਂ ਆ ਸੰਸਾਰ ਦੇ ਕੰਮਾਂ ਕਾਰਾਂ 'ਚ ਰੁੱਝੇ ਹੋਏ ਹਾਂ। ਇਹਦਾ ਇੱਕੋ ਹੀ ਕਾਰਨ ਹੈ, ਸਾਨੂੰ ਅਜੇ ਤੱਕ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ ਕਿ ਸਾਡਾ ਪਾਰ ਬ੍ਰਹਮ ਪਰਮੇਸ਼ਰ ਨਾਲੋਂ ਵਿਛੋੜਾ ਹੋ ਗਿਆ। ਇਹਦਾ ਅਹਿਸਾਸ ਨਹੀਂ ਹੋਇਆ, ਜਾਗੇ ਹੋਏ ਨਹੀਂ ਹੈ। ਜਿਹੜੇ ਜਾਗੇ ਹੋਏ ਹੋਣਗੇ ਉਹਨਾਂ ਨੂੰ ਅਹਿਸਾਸ ਹੋਵੇਗਾ। ਜਦੋਂ ਅਹਿਸਾਸ ਹੋ ਗਿਆ ਫਿਰ ਇੱਕ ਨਵਾਂ ਵੇਸ ਆਵੇਗਾ। ਵੇਸ ਦਾ ਰੁੱਤ ਬਦਲ ਜਾਂਦੀ ਹੈ। ਕਹਿਦਾ ਕਿ ਸੁੱਤਾ ਹੀ ਨਹੀਂ ਸੀ, ਉੱਠਦਾ, ਹੁਣ ਅੰਮ੍ਰਿਤ ਵੇਲਾ ਸਾਂਭਦਾ, ਰੁੱਤ ਬਦਲ ਗਈ। ਕਹਿਦਾ ਕਿ ਕੌੜਾ ਬੋਲਦਾ ਸੀ, ਫਿੱਕਾ ਬੋਲਦਾ ਸੀ, ਹੁਣ ਮਿੱਠਾ ਬੋਲਦਾ, ਬਾਣੀ ਪੜ੍ਹਦਾ, ਪੂਰਾ ਦਿਨ ਗੁਰਮੰਤਰ ਦਾ ਜਾਪ ਕਰਦਾ ਹੈ, ਕਿਸੇ ਦੇ ਨਾਲ ਵਲਛਲ ਨਹੀਂ ਕਰਦਾ, ਧੋਖਾ ਠੱਗੀ ਫਰੇਬ ਕੱਖ ਨਹੀਂ ਕਰਦਾ, ਸਭਨਾਂ ਨੂੰ ਰੱਬ ਦਾ ਰੂਪ ਜਾਣਦਾ। ਬਦਲ ਗਿਆ ਨਾ ਸਭ ਕੁਛ। ਹੁਣ ਧੀਰਜ ਹੈ ਨਹੀਂ ਵੀ ਜਿਸ ਰੱਬ ਤੋਂ ਮੇਰਾ ਜਨਮ ਹੋਇਆ, ਜਿਸ ਪਾਰ ਬ੍ਰਹਮ ਪਰਮੇਸ਼ਰ ਨੇ ਮੈਨੂੰ ਭੇਜਿਆ, ਠੀਕ ਹੈ ਮੰਨਦੇ ਹਾਂ ਕਿ ਉਹ ਦੇਖਿਆ ਨਹੀਂ ਜਾਂਦਾ, ਉਸ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਚੱਕਰ ਚਿਹਨ ਜਾਤ ਪਾਤ ਨਹੀਂ ਹੈ, ਪਰ ਉਹ ਹੈ ਤਾਂ ਸਹੀ ਹੈ ਨਾ। ਉਹ ਜਿੱਦਾਂ ਦਾ ਵੀ ਹੈ ਮੈਨੂੰ ਉੱਦਾਂ ਦੀ ਸੋਝੀ ਮਿਲ ਜਾਵੇ, ਕਿਉਂਕਿ ਮੈਂ ਉਹਦੇ ਵਿੱਚੋਂ ਆਇਆ। ਜਦੋਂ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਵੀ ਮੈਂ ਉਹ 'ਚੋਂ ਆਇਆ, ਫਿਰ ਧੀਰਜ ਨਹੀਂ ਆਉਂਦਾ ਜੀ। ਵੈ ਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋ। ਉਹ ਜਿੱਦਾਂ ਮਾਲੀ ਹੁੰਦਾ ਨਾ ਬਾਗ ਦਾ, ਅਤੇ ਕਿਸੇ ਦਰਖਤ ਦੀ ਟਹਿਣੀ ਜਿਹੜੀ ਹੈ ਉਹ ਵੱਢੀ ਜਾਵੇ, ਉਹ ਵੱਢੀ ਜਾਂ ਉਹ ਖਰਾਬ ਹੋ ਜਾਵੇ, ਅਤੇ ਜਿਹੜਾ ਮਾਲੀ ਹੈ ਉਸ ਟਹਿਣੀ ਨੂੰ ਕੱਟ ਦਿੰਦਾ। ਉਹ ਕਹਿੰਦਾ ਤਾਂ ਸਾਰਾ ਬੂਟਾ ਖਰਾਬ ਕਰ ਦੇਣਾ। ਕਿਉਂ? ਉਹ ਕਹਿੰਦਾ ਇਹ ਬਿਮਾਰੀ ਲੱਗ ਗਈ ਇਹਨੂੰ, ਫਟਾਫਟ ਉਹਨੂੰ ਵੱਢਣੇ ਦੀ ਗੱਲ ਕਰਦਾ, ਵੱਢ ਦਿੰਦਾ ਉਸਨੂੰ, ਰੱਖਦਾ ਨਹੀਂ ਹੈ। ਜਿਨ੍ਹਾਂ ਦੇ ਅੰਦਰ ਰੱਬੀ ਵਿਛੋੜਾ ਪੈਦਾ ਹੋ ਗਿਆ,
ਉਹ ਦੇਖਦੇ ਵੀ ਭਾਈ ਸੰਸਾਰ ਦੇ ਵਿੱਚ ਵਿਚਰਦਿਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ, ਸਾਡੀਆਂ ਲੋੜਾਂ ਇਹੀਓ ਬਿਮਾਰੀ ਦਾ ਘਰ ਬਣ ਜਾਂਦੀਆਂ ਵੀ ਇਹ ਮੈਨੂੰ ਇਹਨੇ ਇੱਥੇ ਰੱਖ ਲੈਣਾ, ਇਹਨੇ ਮੈਨੂੰ ਖਰਾਬ ਕਰ ਦੇਣਾ, ਮੇਰਾ ਜੀਵਨ ਖਰਾਬ ਕਰ ਦੇਣਾ। ਸੋ ਜਿਹੜਾ ਦਿਨ ਆਉਂਦਾ ਜੇਤੀ ਘੜੀ ਫਾਹੀ ਤੇਤੀ, ਇਹ ਤਾਂ ਇੱਕ ਇੱਕ ਘੜੀ ਮੇਰੇ ਵਾਸਤੇ ਫਾਹੀ ਬਣ ਗਈ ਹੈ। ਅਸੀਂ ਕਹਿੰਦੇ ਵੀ ਹਾਂ ਕੱਲ੍ਹ ਦਾ ਦਿਨ ਚੰਗਾ ਆਵੇਗਾ, ਨਹੀਂ ਭਾਈ ਕੱਲ੍ਹ ਦਾ ਦਿਨ ਪਤਾ ਨਹੀਂ ਕਿਹੜੀ ਫਾਹੀ ਬਣਨੀ ਹੈ। ਮੈਂ ਰੱਬ ਦੇ ਨਾਲੋਂ ਖਰਿਆ ਹੋਰ ਦੂਰ ਹੋ ਜਾਣਾ। ਇਹ ਤਾਂ ਪਾਸ ਆਉਣਾ ਨਾ ਜਿੰਨਾ ਛੇਤੀ ਹੋ ਸਕੇ। ਇਸ ਕਰਕੇ ਧੀਰਜ ਨਹੀਂ ਹੁੰਦਾ, ਧੀਰਜ ਨਹੀਂ ਹੈ। ਅਤੇ ਉਸੇ ਵੇਲਾ ਸੋ ਜਿੰਨੀ ਛੇਤੀ ਹੋ ਸਕੇ ਜਿਹੜਾ ਵੀ ਰਾਸਤਾ ਮਿਲਦਾ ਅਤੇ ਉਹ ਰਾਸਤੇ ਵੱਲ ਨੂੰ, ਉਹ ਰਾਸਤੇ ਦੀ ਪਕੜ ਕਰਨ ਦੀ ਕੋਸ਼ਿਸ਼ ਕਰਦਾ। ਅਤੇ ਜੇ ਰਾਸਤਾ ਸ਼ਾਰਟਕੱਟ ਮਿਲ ਜਾਵੇ, ਆਸਾਨ ਮਿਲ ਜਾਵੇ ਤਾਂ ਫਿਰ ਖੁਸ਼ ਹੋ ਜਾਂਦਾ। ਫਿਰ ਪੁੱਛਦਾ ਵੀ ਇਕੱਲੇ ਇਕੱਲੇ ਤੋਂ। ਹੁਣ ਪਤਾ ਨਹੀਂ ਨਾ ਵੀ ਕਿਹੜਾ ਜਾਣਕਾਰ ਹੈ, ਪਤਾ ਹੀ ਨਹੀਂ ਵੀ ਕਿਹੜਾ ਜਾਣਕਾਰ ਹੈ। ਅੰਦਰ ਵੱਢ ਲੱਗੀ ਹੋਈ ਹੈ, ਅੰਦਰੋਂ ਵੱਢ ਕੇ ਖਾਂਦਾ। ਜਿਹਨੂੰ ਅੰਦਰੋਂ ਬਿਮਾਰੀ ਵੱਢ ਕੇ ਖਾਵੇ, ਵਿਛੋੜੇ ਦਾ ਦੁੱਖ ਵੱਢ ਕੇ ਖਾਵੇ, ਉਹਨਾਂ ਦੇ ਅੰਦਰ ਧੀਰਜ ਕਿੱਥੇ ਪਈ? ਨਾ ਦਿਨ ਰਾਤ, ਨਾ ਦਿਨ ਚੈਨ ਨਾ ਰਾਤ ਚੈਨ, ਨਹੀਂ ਧੀਰਜ ਨਹੀਂ ਹੈ। ਫਿਰ ਕਦੀ ਕਿਸੇ ਤੋਂ ਪੁੱਛਦਾ, ਕਦੀ ਕਿਸੇ ਤੋਂ ਪੁੱਛਦਾ। ਮੈਂ ਦੱਸੋ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆ, ਮਾਰਗ ਪੁੱਛਦਾ। ਫਿਰ ਜੋ ਪੁੱਛਦਿਆਂ ਪੁਛਾਉਂਦਿਆਂ ਕੋਈ ਭਾਈ ਰੱਬੀ ਰਾਹ ਦਾ ਜਾਣਕਾਰ ਵੀ ਮਿਲ ਹੀ ਜਾਂਦਾ। ਕਿਉਂਕਿ ਜਿੱਦਾਂ ਦੀ ਚਾਹ ਹੁੰਦੀ ਉੱਦਾਂ ਦੇ ਰਾਹ 'ਤੇ ਪੈ ਜਾਂਦਾ। ਚਾਹਤ ਹੈ ਤਾਂ ਰਾਹ ਹੈ, ਜੇ ਚਾਹਤ ਨਹੀਂ ਹੈ ਤਾਂ ਕੋਈ ਰਾਹ ਨਹੀਂ, ਸਾਰੇ ਰਾਸਤੇ ਬੰਦ ਹੁੰਦੇ ਨੇ। ਜਿਸ ਦੇ ਅੰਦਰ ਚਾਹਤ ਹੈ ਉਸ ਦੇ ਅੰਦਰ, ਉਸ ਦੇ ਸਾਹਮਣੇ ਇੱਕ ਨਹੀਂ ਅਨੇਕਾਂ ਦਰਵਾਜ਼ੇ, ਅਨੇਕਾਂ ਰਾਹ ਉਹਦੇ ਅੱਗੇ ਪ੍ਰਗਟ ਹੋ ਜਾਂਦੇ ਨੇ। ਸੋ ਕਿਉਂ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋ, ਜਿਨ੍ਹਾਂ ਦੇ ਅੰਦਰ ਪ੍ਰੇਮ ਵਿਛੋੜਾ ਹੈ ਨਾ, ਪ੍ਰੇਮ ਦਾ ਵਿਛੋੜਾ, ਪ੍ਰੇਮ ਸੀ ਫਿਰ ਵਿਛੋੜਾ। ਇਹ ਵੀ ਬੜਾ ਸਿਸਟਮ ਬਣਿਆ ਰਹਿੰਦਾ ਹੈ। ਪਹਿਲੋਂ ਵਿਛੋੜੇ ਦਾ ਅਹਿਸਾਸ ਹੋਇਆ, ਫਿਰ ਪਤਾ ਲੱਗਾ ਵੀ ਪ੍ਰੇਮ ਦੇ ਨਾਲ ਜੁਆਇੰਟ ਬਣਨਾ, ਪ੍ਰੇਮ ਦੇ ਨਾਲ ਹੀ ਜੋੜ ਲੱਗਣਾ, ਇਹੋ ਪ੍ਰੇਮ ਦੇ ਨਾਲ ਹੀ ਮੇਲ ਹੋਣਾ, ਪ੍ਰੇਮ ਨਾਲ ਬਾਣੀ ਪੜ੍ਹਨੀ ਆ, ਪ੍ਰੇਮ ਨਾਲ ਸੁਣਨੀ ਆ। ਸਾਡੇ ਕੋਲ ਤਾਂ ਬਾਣੀ ਹੀ ਬੰਦਗੀ, ਸਾਨੂੰ ਹੋਰ ਤਾਂ ਪਤਾ ਹੀ ਨਹੀਂ ਬੰਦਗੀ ਹੁੰਦੀ ਕੀ ਹੈ। ਪਤਾ ਥੋੜ੍ਹੀ ਨਾਲ ਹੈ ਵੀ ਬਾਣੀ ਬੰਦਗੀ ਹੈ, ਹੋਰ ਤਾਂ ਹੈ ਵੀ ਨਹੀਂ। ਪਰ ਬਾਣੀ ਜਦੋਂ ਨਹੀਂ ਸੀ ਉਦੋਂ ਵੀ ਤਾਂ ਭਗਤ ਸੀਗੇ, ਉਹਨਾਂ ਨੂੰ ਜਿੱਦਾਂ ਅਕਾਲ ਪੁਰਖ ਨੇ ਸੋਝੀ ਦਿੱਤੀ ਉਹਨੇ ਜਪਿਆ। ਭਗਤ ਨਾਮਦੇਵ ਜੀ, ਉਹਨਾਂ ਦੀ ਬਾਣੀ ਆ ਗਈ ਗੁਰੂ ਗ੍ਰੰਥ ਸਾਹਿਬ 'ਚ। ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ ਗਈ। ਅਤੇ ਹੁਣ ਅਸੀਂ ਇਹਨਾਂ ਤੋਂ ਸੇਧ ਲੈਂਦੇ ਹਾਂ, ਅਸੀਂ ਇਹਨਾਂ ਤੋਂ ਹੁਣ ਸੇਧ ਲੈਂਦੇ ਹਾਂ। ਭਾਈ ਹੁਣ ਮਹਾਰਾਜ ਕਿਰਪਾ ਕਰੇ ਵੀ ਸਾਨੂੰ ਇਸ ਬਾਣੀ ਦੀ ਸੋਝੀ ਪ੍ਰਾਪਤ ਹੋ ਜਾਵੇ, ਸਾਨੂੰ ਇਹ ਅਹਿਸਾਸ ਹੋ ਜਾਵੇ ਵੀ ਹਾਂ ਇਹੋ ਹੀ ਬੰਦਗੀ ਹੈ, ਅਤੇ ਪ੍ਰੇਮ ਦੇ ਨਾਲ ਪੜ੍ਹੀਏ, ਸੁਣੀਏ, ਗਾਵੀਏ। ਹੁਣ ਇਸ ਪ੍ਰੇਮ ਦੇ ਵਿੱਚ ਵੀ ਫਰਕ ਪੈ ਜਾਂਦਾ। ਐਸਾ ਤਾਂ ਹੋਇਆ ਨਹੀਂ ਵੀ ਭਾਈ ਲਗਾਤਾਰ ਹੀ ਅਸੀਂ ਹਰ ਰੋਜ਼ ਪਿਆਰ ਨਾਲ ਪੜ੍ਹਦੇ ਹਾਂ, ਸੁਣਦੇ ਹਾਂ, ਗਾਉਂਦੇ ਹਾਂ, ਵਿਚਾਰਦੇ। ਇਸ ਪ੍ਰੇਮ ਵਿੱਚ ਵੀ ਫਰਕ ਪੈਂਦਾ। ਸਾਡਾ ਸਿਸਟਮ ਫਰਕ ਪਾਉਂਦਾ, ਜਿਹੜਾ ਪਰਿਵਾਰਕ ਜੀਵਨ ਹੈ, ਸੰਸਾਰਕ ਜੀਵਨ ਹੈ, ਇਹਦੇ ਨਾਲ ਸਾਡੇ ਪ੍ਰੇਮ 'ਚ ਫਰਕ ਪੈਂਦਾ ਹੀ ਪੈਂਦਾ। ਹੁਣ ਪ੍ਰੇਮ ਦੇ ਵਿੱਚ ਜਦੋਂ ਫਰਕ ਪੈਂਦਾ, ਜਿਹੜਾ ਭਗਤ ਹੈ ਉਹਦੀ ਬੰਦਗੀ ਜਿਹੜੀ ਚੱਲਦੀ ਹੈ, ਉਸ ਪ੍ਰੇਮ ਦੇ ਵਿੱਚ ਜਦੋਂ ਫਰਕ ਪੈਂਦਾ, ਫਿਰ ਉਹ ਜਿਹੜਾ ਵਿਛੋੜਾ ਆ, ਉਹ ਵਿਛੋੜੇ 'ਚ ਬੜਾ ਤੰਗ ਹੁੰਦਾ। ਬਸ ਉਹ ਕਹਿੰਦਾ ਵੀ ਕਿਹੜੀ ਘੜੀ ਇਹ ਰੁਕਾਵਟ ਜਿਹੜੀ ਬਣੀ ਹੈ ਦੂਰ ਹੋ ਜਾਵੇ। ਸੰਸਾਰਕ ਗੱਲਾਂ ਰੁਕਾਵਟ ਬਣਦੀਆਂ, ਸੰਸਾਰਕ ਲੋੜਾਂ ਰੁਕਾਵਟ ਬਣਦੀਆਂ, ਰਿਸ਼ਤੇਦਾਰੀਆਂ ਰੁਕਾਵਟ ਬਣ ਜਾਂਦੀਆਂ, ਕਾਰ ਵਿਹਾਰ ਰੁਕਾਵਟ ਬਣ ਜਾਂਦੇ ਨੇ। ਭਗਤ ਤਾਂ ਉੱਥੋਂ ਛੇਤੀ ਤੋਂ ਛੇਤੀ ਨਿਕਲਣ ਦੀ ਕੋਸ਼ਿਸ਼ ਕਰਦਾ, ਸਮੇਟਦਾ ਆ। ਧੀਰਜ ਹੀ ਨਹੀਂ ਹੈ। ਧੀਰਜ ਆਉਣਾ ਜਦੋਂ ਬਾਣੀ ਨੂੰ ਪੜ੍ਹਨਾ, ਜਿੰਨਾ ਚਿਕਰ ਬਾਣੀ ਨਹੀਂ ਉਹਨਾਂ ਚਿਕਰ ਧੀਰਜ ਨਹੀਂ ਹੈ। ਅਤੇ ਵਿਸਾਖ ਨਵਾਂ ਰੂਪ ਚਾਹੀਦਾ। ਹੁਣ ਨਵਾਂ ਰੂਪ ਲੈ ਲਿਆ, ਗੁਰੂ ਕਲਗੀਧਰ ਮਹਾਰਾਜ ਨੇ ਨਵਾਂ ਰੂਪ ਦੇ ਦਿੱਤਾ। ਭਾਈ ਇੱਕ ਮਨੁੱਖ ਨੂੰ ਹੀ ਨਵਾਂ ਰੂਪ ਦਿੱਤਾ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਖਾਲਸਾ ਉਹਦੇ ਹੁਕਮ ਨਾਲ ਪ੍ਰਗਟ ਹੋਇਆ ਹੈ, ਅਤੇ ਨਵਾਂ ਰੂਪ ਹੀ ਦੇਣਾ ਹੈ ਨਾ। ਉਹਨੂੰ ਅੰਦਰੋਂ ਵੀ ਅਤੇ ਬਾਹਰੋਂ ਵੀ ਨਵਾਂ ਰੂਪ ਦੇ ਦਿੱਤਾ। ਹੁਣ ਜਿਨ੍ਹਾਂ ਨੂੰ ਨਵਾਂ ਰੂਪ ਮਿਲ ਗਿਆ, ਨਾ ਤਾਂ ਉਹਨਾਂ ਨੂੰ ਧੀਰਜ ਹੈ। ਜਿਹੜੇ ਨਵਾਂ ਰੂਪ ਲੈਣ ਦੀ ਚਾਹ ਦੇ ਵਿੱਚ, ਨਾ ਉਹਨਾਂ ਨੂੰ ਧੀਰਜ ਹੈ। ਧੀਰਜ ਨਹੀਂ ਰਹਿੰਦਾ। ਫਿਰ
ਹੁਣ ਜੇ ਨਵਾਂ ਰੂਪ ਮਿਲ ਗਿਆ, ਹੁਣ ਮੈਂ ਚਾਹੁੰਦਾ ਵੀ ਜਿੱਦਾਂ ਦਾ ਉਹ ਆਪ ਹੈ ਨਾ ਰੂਪ ਤੋਂ ਰਹਿਤ, ਤੇ ਮੈਂ ਵੀ ਉੱਦਾਂ ਦਾ ਹੀ ਹੋ ਜਾਵਾਂ। ਕੋਈ ਨਵਾਂ ਰੂਪ ਨਿਸ਼ਾਨੀ, ਨਵਾਂ ਰੂਪ ਇਸ ਗੱਲ ਦੀ ਨਿਸ਼ਾਨੀ। ਹੁਣ ਦਰਖਤ ਜਿਹੜਾ ਬਣਦਾ ਬੀਜ ਤੋਂ ਬਣਦਾ, ਬੀਜ ਆਪਣਾ ਆਪ ਗਵਾਉਂਦਾ, ਦਰਖਤ ਉਹਦਾ ਇੱਕ ਨਵਾਂ ਰੂਪ ਹੈ, ਦਰਖਤ ਉਹਦਾ ਇੱਕ ਨਵਾਂ ਰੂਪ ਹੈ। ਹੁਣ ਨਵਾਂ ਰੂਪ ਤਾਂ ਮਿਲ ਗਿਆ, ਜੇ ਫੇਰ ਬੀਜ ਬਣਨਾ ਉਹ ਫਲ ਤਿੱਕਰ ਜਾਂਦਾ, ਤਦੇ ਫਿਰ ਲਗਾਤਾਰ ਉਹ ਸਫ਼ਰ ਕਰਦਾ, ਫਲ ਤਿੱਕਰ ਜਾਂਦਾ। ਫਿਰ ਇੱਕ ਨਹੀਂ ਅਨੇਕਾਂ ਬੀਜ ਬਣਦੇ ਨੇ, ਅਨੇਕਾਂ ਬੀਜ ਬਣਦੇ, ਅਨੇਕਾਂ ਫਲ ਲੱਗ ਜਾਂਦੇ ਨੇ, ਅਨੇਕਾਂ ਫਲ ਲੱਗ ਜਾਂਦੇ ਨੇ। ਸੋ ਧੀਰਜ ਕਿੱਥੇ ਹੈ? ਜਿਹੜੇ ਰੱਬ ਦੇ ਪਿਆਰੇ ਨੂੰ ਧੀਰਜ ਨਹੀਂ ਹੈ। ਕਹਿੰਦੇ ਬੈਸਾਖ ਧੀਰਨ ਕਿਉਂ ਵਾਢੀਆ, ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਮਾਇਆ ਨੂੰ ਧੋ ਕਹਿ ਦਿੱਤਾ। ਧੋ ਦਾ ਅਰਥ ਹੁੰਦਾ ਧੋਖਾ ਦੇਣੇ ਵਾਲੀ, ਧੋ ਦਾ ਅਰਥ ਹੈ ਨਸ਼ਟ ਹੋ ਜਾਣੇ ਵਾਲੀ, ਧੋ ਦਾ ਅਰਥ ਹੈ ਦੌੜ ਭੱਜ ਟਿਕਾ ਨਹੀਂ। ਮਾਇਆ ਟਿਕਦੀ ਨਹੀਂ ਹੈ, ਜਿਨ੍ਹਾਂ ਦੇ ਅੰਦਰ ਮਾਇਆ ਦੀ ਚਾਹਤ ਹੈ ਉਹ ਵੀ ਟਿਕਦੇ ਨਹੀਂ ਹੈ। ਸੰਸਾਰ ਸਾਰਾ ਮਾਇਆ ਹੈ ਟੋਟਲੀ। ਇੱਕ ਰੱਬ ਪਾਰਬ੍ਰਹਮ ਪਰਮੇਸ਼ਰ ਪਰਮਾਤਮਾ ਉਹ ਮਾਇਆ ਤੋਂ ਰਹਿਤ ਹੈ। ਬਾਕੀ ਜੋ ਕੁਝ ਵੀ ਅਸੀਂ ਵੇਖਦੇ ਹਾਂ ਸਭ ਕੁਝ ਮਾਇਆ ਹੀ ਮਾਇਆ ਹੈ, ਮਾਇਆ ਵੀ ਸੰਸਾਰ ਹੈ। ਜਿਨ ਮੋਹੇ ਬ੍ਰਹਿਮੰਡ ਖੰਡ, ਜਿਸ ਮਾਇਆ ਨੇ ਕੀ ਬ੍ਰਹਿਮੰਡ ਕੀ ਖੰਡ ਸਾਰੇ ਆਪਣੇ ਮੋਹ ਦੀ ਲਪੇਟ ਵਿੱਚ ਲੈ ਲਏ, ਤਾਹੂ ਮੈਂ ਪਾਓ। ਅਸੀਂ ਵੀ ਇਸੇ ਬ੍ਰਹਿਮੰਡ ਵਿੱਚ ਜਨਮ ਲਿਆ ਹੋਇਆ, ਅਸੀਂ ਵੱਖਰੇ ਥੋੜ੍ਹੀ ਹਾਂ, ਇਸੇ ਬ੍ਰਹਿਮੰਡ ਦੇ ਵਿੱਚ ਹੈ, ਤੇ ਕਿਉਂ ਨਹੀਂ ਮਾਇਆ ਦਾ ਸਾਡੇ 'ਤੇ ਪ੍ਰਭਾਵ ਹੋਵੇਗਾ। ਰਾਖ ਲੇਹ ਇਹ ਬਿਖੀ ਜੀਓ, ਦੇਹੋ ਆਪਣਾ ਨਾਓ। ਰੱਖਦਾ ਹੈ ਆਪਣੇ ਨਾਮ ਦੇ ਨਾਲ, ਕਹਿੰਦੇ ਉਹ ਰੱਖਦਾ। ਕਹਿੰਦੇ ਹਜ਼ੂਰ ਕਹਿੰਦੇ ਜਿਹੜੇ ਇੱਥੇ ਰਹਿ ਰਹੇ ਨੇ ਇਸ ਸੰਸਾਰ ਦੇ ਵਿੱਚ, ਜਿਨ੍ਹਾਂ ਨੂੰ ਲੱਗੀ ਮਾਇਆ ਤੋਂ, ਮਾਇਆ ਚੰਬੜ ਗਈ, ਫਿਰ ਉਹਨਾਂ ਦਾ ਜੀਵਨ ਕੀ? ਕਹਿੰਦੇ ਹਰ ਸਾਜਨ ਪੁਰਖ ਵਿਸਾਰਕ ਹੈ। ਹਰੀ ਸੱਜਣ ਹੈ ਜਿਹੜਾ ਪੁਰਖ, ਉਸ ਨੂੰ ਵਿਸਾਰ ਦਿੱਤਾ ਤਾਂ ਮਾਇਆ ਲੱਗ ਗਈ, ਨਹੀਂ ਤਾਂ ਮਾਇਆ ਲੱਗਣੀ ਨਹੀਂ ਸੀ ਜੇ ਹਰੀ ਨਾ ਵਿਸਰਦਾ। ਹੁਣ ਮਾਇਆ ਨੂੰ ਲਾਉਣ ਦਾ ਕੀ ਤਰੀਕਾ ਆ? ਮਾਇਆ ਤੋਂ ਬਚਣ ਦਾ ਕੀ ਤਰੀਕਾ ਆ? ਭਾਈ ਜਿਹਦੇ ਤੋਂ ਵਿਛੜੇ ਸੀ ਉਹਦੇ ਨਾਲ ਜੁੜ ਜਾਓ। ਉਹਦੇ ਹਨੇਰੇ ਨੂੰ ਭਜਾਉਣ ਦਾ ਕੀ ਤਰੀਕਾ ਹੁੰਦਾ? ਦੀਵਾ ਬਾਲ ਦਿਓ, ਕੁਛ ਨਹੀਂ ਕਰਨਾ ਪੈਂਦਾ। ਹਨੇਰੇ ਨੂੰ ਡੰਡਾ ਲੈ ਕੇ ਭਜਾਓਗੇ, ਡਰਾ ਕੇ ਭਜਾਓਗੇ, ਭੱਜਦਾ ਉਹ? ਕਿੱਥੇ ਭੱਜਦਾ? ਪਰ ਜੇ ਦੀਵਾ ਬਾਲਦਾ ਉਹ ਕੁਝ ਨਹੀਂ ਕਹਿਣਾ ਪੈਂਦਾ, ਉਸੇ ਵਕਤ ਹਨੇਰਾ ਭੱਜ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੁਣ ਲੱਗੀ ਹੋਈ ਹੈ ਨਾ ਤੇ ਮੈਨੂੰ ਖਰਾਬ ਕਰ ਰਹੀ ਹੈ, ਇਹਨੂੰ ਕਿੱਦਾਂ ਭਜਾਈਏ, ਕਿੱਦਾਂ ਬਚਾਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਸੱਜਣ ਨੂੰ ਤੂੰ ਵਸਾਰਿਆ ਸੀ, ਫਿਰ ਮਾਇਆ ਤੈਨੂੰ ਚੰਬੜੀ ਹੈ। ਹੁਣ ਹਰੀ ਸੱਜਣ ਨੂੰ ਚੇਤੇ ਕਰਨਾ ਸ਼ੁਰੂ ਕਰ ਦੇ, ਮਾਇਆ ਆਪਣੇ ਆਪ ਹੀ ਛੱਡ ਜਾਵੇਗੀ। ਕਹਿੰਦੇ ਪੁੱਤਰ ਕਲਤਰ ਨਾ ਸੰਗ ਧਨਾ, ਹਰਿਆ ਵਿਨਾਸ਼ੀਓ। ਇਸ ਸੰਸਾਰ ਦੇ ਵਿੱਚ ਸਾਰਾ ਕੁਝ ਹੀ ਨਾਸ਼ਵੰਤ ਹੈ, ਸਭ ਕੁਝ ਜੋ ਦਿਸੈ ਸੋ ਸਗਲ ਵਿਨਾਸ਼ ਹੈ, ਸਭ ਕੁਝ ਨਸ਼ਟ ਹੋ ਰਿਹਾ ਹੈ। ਜੇ ਨਾਸ਼ ਤੋਂ ਰਹਿਤ ਹੈ ਉਹ ਕੇਵਲ ਤੇ ਕੇਵਲ ਹਰੀ ਹੈ, ਪਰਮਾਤਮਾ ਹੈ, ਉਸ ਦਾ ਨਾਮ ਹੈ। ਅਬਨਾਸ਼ੀ ਜੀਅਨ ਕੋ ਦਾਤਾ ਸਿਮਰਤ, ਸਭ ਮਲ ਖੋਈ, ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਮਹਾਰਾਜ ਕਹਿੰਦੇ ਹਰੀ ਹੀ ਅਬਨਾਸ਼ੀ ਹੈ। ਜਿਹੜੇ ਜਿਨ੍ਹਾਂ 'ਚ ਅਸੀਂ ਫਸਦੇ ਹਾਂ, ਧੀਆਂ ਪੁੱਤਰ, ਕਲੱਤਰ ਇਸਤਰੀ ਹੋ ਗਈ, ਅਤੇ ਧਨ ਦੌਲਤ, ਕਹਿੰਦੇ ਇਹ ਨਾਲ ਨਹੀਂ ਕੋਈ ਜਾਂਦਾ, ਨਾ ਪਰਿਵਾਰ ਨਾਲ ਜਾਂਦਾ। ਇੱਕ ਕੁਟੰਬ ਤੂੰ ਜੇ ਦੇਖ ਦੇ, ਹਰ ਕਹਿੰਦੇ ਸਾਰਾ ਕੁਟੰਬ ਜਿਹੜਾ ਆ ਜਦ ਤੈਨੂੰ ਦੇਖ ਰਿਹਾ, ਜਿਹਨਾਂ ਤੂੰ ਫਸ ਗਿਆ, ਇਹ ਨਾਲ ਥੋੜ੍ਹੀ ਜਾਂਦਾ। ਲੇਖਾ ਨਾਲ ਦਿੰਦਾ ਜਿੱਥੇ ਲੇਖੇ ਹੁੰਦੇ ਨੇ ਵੀ ਹਾਂ ਵੀ ਸਾਡੀ ਪਾਲਣ ਪੋਸ਼ਣ 'ਚ ਲੱਗਾ ਰਿਹਾ, ਇਸ ਕਰਕੇ ਨਾਮ ਨਹੀਂ ਜਪ ਹੋਇਆ।
ਸਾਡੀ ਥਾਂ ਕਿਸੇ ਨੇ ਕੋਈ ਗਵਾਹੀ ਨਹੀਂ ਦੇਣੀ, ਨਾ ਹੀ ਕੋਈ ਪਕੜਿਆ ਜਾਂਦਾ, ਕੋਈ ਨਾ ਪਕੜੇ ਕਿਸੇ ਥਾਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਹਰੀ ਅਬਿਨਾਸੀ ਨੂੰ ਵਿਸਾਰ ਦਿੱਤਾ ਹੈ ਤੇ ਇਹਨਾਂ ਨੇ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਹੈ। ਜੇ ਨਾਲ ਜਾਣਾ ਤੇ ਹਰੀ ਨੇ ਜਾਣਾ, ਨਾਮ ਨੇ ਜਾਣਾ, ਬਾਣੀ ਨੇ ਜਾਣਾ, ਉਹਨੂੰ ਤੂੰ ਛੱਡਿਆ ਹੋਇਆ। ਕਹਿੰਦੇ ਪਾਲਚ ਪਾਲਚ ਸਗਲੀ ਮੂਈ, ਝੂਠਾ ਹੈ ਧੰਦਾ ਮੋਹ। ਸਾਰੀ ਸ੍ਰਿਸ਼ਟੀ ਪਲਚ ਪਲਚ ਖਰਾਬ ਹੋ ਕੇ, ਪਰੇਸ਼ਾਨ ਹੋ ਕੇ, ਸਗਲੀ ਮੂਈ ਸਾਰੀ ਮਰਦੀ ਜਾ ਰਹੀ ਹੈ। ਸ੍ਰਿਸ਼ਟੀ ਦੇ ਲੋਕ ਪਰੇਸ਼ਾਨ ਕਿਸ ਵਿੱਚ ਨੇ? ਅਸੀਂ ਸਾਰੇ ਕਾਹਦੇ ਵਿੱਚ ਪਰੇਸ਼ਾਨ ਹੋ ਰਹੇ? ਕਹਿੰਦੇ ਝੂਠੇ ਧੰਦਾ ਮੋਹ। ਆ ਧੰਦਿਆਂ ਵਿੱਚ ਜਿਹੜਾ ਮੋਹ ਪਾ ਲਿਆ, ਇਹਨੂੰ ਝੂਠੇ ਧੰਦੇ ਮੋਹ ਕਹਿ ਦਿੱਤਾ। ਕਹਿੰਦੇ ਜਿਹੜਾ ਮੋਹ ਹੈ ਖਰਾਬ ਕਰਦਾ ਹੈ। ਇਹਨਾਂ ਧੰਦਿਆਂ ਵਿੱਚ ਮੋਹ ਪਾਉਣਾ ਠੀਕ ਨਹੀਂ। ਹਾਂ, ਅਕਾਲ ਪੁਰਖ ਨੇ ਜਿਹੜਾ ਸਾਨੂੰ ਰਿਜ਼ਕ ਦਿੱਤਾ, ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਉਹਨੇ ਉਹ ਧੰਦਾ ਸਾਡੇ ਸਿਰ ਵਿੱਚ ਪਾ ਦਿੱਤਾ, ਸਾਡੀ ਦਿਮਾਗ 'ਚ ਪਾ ਦਿੱਤਾ, ਸਾਡੀ ਸੋਚ ਵਿੱਚ ਪਾ ਦਿੱਤਾ, ਕਿਉਂਕਿ ਉੱਥੇ ਉਹਦਾ ਰਿਜ਼ਕ ਹੈ, ਉਹਦਾ ਰਿਜ਼ਕ ਹੈ। ਇਸੇ ਕਰਕੇ ਤਾਂ ਬੰਦਾ ਜਦੋਂ ਕੋਈ ਕੰਮ ਕਾਰ ਕਰਦਾ ਹੈ ਸੋ ਉਹਦੇ ਦਿਮਾਗ 'ਚ ਸੋਚ ਆਉਂਦੀ ਹੈ ਨਾ। ਕੰਮ ਕਰਦੇ ਆਪਣਾ ਕੰਮ ਬਦਲਦਾ, ਉਹਦੇ ਦਿਮਾਗ 'ਚ ਸੋਚ ਆਉਂਦੀ ਹੈ। ਅਸਲ ਦੇ ਵਿੱਚ ਦਿਮਾਗ ਵਿੱਚ ਸੋਚ ਆਈ ਕਿਉਂਕਿ ਉਹਦਾ ਜਿਹੜਾ ਰਿਜ਼ਕ ਆ ਹੁਣ ਦੂਜੇ ਪਾਸੇ ਹੋ ਗਿਆ। ਹੁਣ ਜਿਉਂ ਜੇ ਆਪਣਾ ਕੰਮਕਾਰ ਬਦਲਦਾ ਤਿਉਂ ਇਹਦੇ ਦਾਣੇ ਬਦਲਦੇ ਨੇ, ਉਹਦੇ ਮੁਤਾਬਕ ਇਹਦੀ ਸੋਚ ਬਣਦੀ ਜਾਂਦੀ। ਸਿਰੇ ਸਿਰ ਧੰਦੇ ਲਾਇਆ ਮਹਾਰਾਜ ਕਹਿੰਦੇ ਨੇ। ਪਰ ਅਸੀਂ ਸੋ ਉਹਨਾਂ ਧੰਦਿਆਂ ਨੂੰ ਕਰਨਾ, ਕੰਮਕਾਰ ਕਰਨਾ, ਸਿਰਫ ਰਿਜ਼ਕ ਤਿੱਕਰ ਸਹਿਮਤ ਰਹਿਣਾ, ਵੀ ਉੱਥੇ ਤੱਕ ਸੀਮਤ ਰਹਿਣਾ ਹੁੰਦਾ ਰਿਜ਼ਕ ਤਿੱਕਰ। ਪਰ ਅਸੀਂ ਜੀ ਮੋਹ ਪਾ ਕੇ ਬਹਿ ਗਏ, ਮੋਹ ਪਾ ਧੰਦਿਆਂ 'ਚ ਮੋਹ ਪਾ ਲਿਆ। ਫਿਰ ਜਿਨ੍ਹਾਂ ਵਾਸਤੇ ਧੰਦੇ ਕਰਦੇ ਆ ਉਹਨਾਂ 'ਚ ਮੋਹ ਪਾ ਲਿਆ। ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਖਰਾਬ ਹੋ ਰਹੇ ਹਾਂ। ਧੰਦਾ ਇਹ ਤਾਂ ਹੈ ਨਹੀਂ ਵੀ ਲਗਾਤਾਰ ਚੱਲੇਗਾ। ਜਿਨ੍ਹਾਂ ਦੀ ਖਾਤਰ ਕਰਦੇ ਆ ਉਹ ਲਗਾਤਾਰ ਤੁਹਾਡੇ ਨਾਲ ਪਿਆਰ ਬਣਾ ਕੇ ਰੱਖਣਗੇ। ਇੱਦਾਂ ਹੋਇਆ ਕਦੀ? ਇੱਦਾਂ ਕਦੀ ਵੀ ਨਹੀਂ ਹੁੰਦਾ। ਸ਼ੱਕ ਸੰਸਾਰ ਵਿੱਚ ਝਾਤੀ ਮਾਰ ਕੇ ਵੇਖ ਲਵੋ। ਇਸ ਕਰਕੇ ਇਹਦੇ ਵਿੱਚ ਨਾ ਫਸੋ। ਮਹਾਰਾਜ ਕਹਿੰਦੇ ਫਸੋ ਨਾ, ਕਹਿੰਦੇ ਇਹਦੇ ਵਿੱਚ। ਇਕ ਸੰਹਾਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਦਰਗਾਹ ਦੇ ਵਿੱਚ ਜਦੋਂ ਜੀਵ ਇੱਥੋਂ ਸਫ਼ਰ ਕਰਦਾ, ਹੁਣ ਖੋਹਣ ਦੀ ਗੱਲ ਕੀਤੀ ਮਹਾਰਾਜ ਨੇ। ਹੁਣ ਚੰਗੀ ਚੀਜ਼ ਤਾਂ ਸਾਰੇ ਖੋਹਦੇ ਨੇ, ਪੁੰਨ ਖੋਹਦੇ ਨੇ, ਪੁੰਨ ਖੋਏ ਜਾਂਦੇ ਇਹਦੇ ਕੋਲੋਂ। ਜੇ ਤਾਂ ਪਰਮੇਸ਼ਰ ਦਾ ਨਾਮ ਹੈ, ਮਹਾਰਾਜ ਕਹਿੰਦੇ ਜੰਮ ਜਗਾਤੀ ਡੱਡ ਨਾ ਲਗਾਈ। ਉਹ ਜੰਮ ਵੀ ਖੋਹ ਨਹੀਂ ਸਕਦੇ, ਪੁੰਨ ਖੋਏ ਜਾਂਦੇ ਨੇ। ਪੁੰਨ ਨਹੀਂ ਇਹਦੇ ਕੋਲ ਰਹਿੰਦਾ। ਸਤੋਗੁਣੀ ਅਵਸਥਾ ਵਿੱਚ ਹੁੰਦਾ ਤਾਂ ਪੁੰਨ ਹੀ ਬਣਾਉਂਦਾ। ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਤਾ, ਨੰਗੇ ਨੂੰ ਕੱਪੜਾ ਦਿੱਤਾ, ਕਿਸੇ ਨੂੰ ਮੁਸੀਬਤ ਦੇ ਵਿੱਚੋਂ ਕੱਢ ਦਿੱਤਾ, ਦੂਸਰੇ ਦੇ ਕੰਮ ਕਰਨੇ, ਹੈਗੀ ਸਤੋਗੁਣੀ ਅਵਸਥਾ ਹੈ ਸਾਰੀ। ਪੁੰਨ ਤਾਂ ਬਣਾਈ ਦੇ ਆ ਬੰਦਗੀ ਵਾਸਤੇ। ਜਿਹੜੇ ਪੁੰਨ ਬਣਾਈ ਦੇ ਨੇ ਵੀ ਭਗਤੀ ਹੋਵੇ, ਲਿਵ ਲੱਗੇ, ਬਾਣੀ ਦੀ ਸਮਝ ਆਵੇ, ਅਕਾਲ ਪੁਰਖ ਦੇ ਸਰੂਪ ਦੀ ਸੋਝੀ ਪੈ ਜਾਵੇ। ਇਸ ਕਰਕੇ ਪੁੰਨ ਬਣਾਈ ਦੇ ਨੇ। ਜ਼ਮੀਨ ਜ਼ਿਮੀਦਾਰ ਕਾਹਦੇ ਵਾਸਤੇ ਤਿਆਰ ਕਰਦਾ ਜੀ? ਜੇ ਵਾਹੀ ਜਾਂਦਾ ਤੇ ਉਹਦੇ ਵਿੱਚ ਬੀਜ ਨਹੀਂ ਪਾਉਂਦਾ ਤੇ ਉਹਦੇ ਵਿੱਚ ਘਾਹ ਫੂਸ ਹੀ ਉੱਗਣਾ ਫਿਰ, ਹੈ ਨਾ। ਜਿਸ ਪਰਪਸ ਲਈ ਜ਼ਮੀਨ ਨੂੰ ਤਿਆਰ ਕਰਦਾ ਸੀ ਉਹ 'ਚ ਬੀਜ ਤਾਂ ਪਾਵੇ। ਬੀਜ ਪਾਊਗਾ, ਉਹਦੇ 'ਚ ਅਨਾਜ ਪੈਦਾ ਹੋਊਗਾ। ਅਨਾਜ ਦੇ ਨਾਲ 100 ਕੰਮ ਸਵਾਰੇਗਾ। ਖਾਣ ਦੇ ਕੰਮ ਆਵੇਗਾ, ਵੇਚਣ ਦੇ ਕੰਮ ਆਵੇਗਾ, ਧਨ ਕਮਾਉਣ ਦੇ ਕੰਮ ਆਵੇਗਾ। 100 ਕੰਮ ਸਵਾਰਦਾ ਜਿਹੜਾ ਅਨਾਜ ਹੈ। ਹੁਣ ਜੇ ਖਾਲੀ ਛੱਡ ਦਿੱਤਾ ਖੇਤ ਤੇ ਘਾਹ 'ਚੋਂ ਕੀ ਮਿਲਣਾ ਇਸ ਨੂੰ? ਉਹ ਤਾਂ ਚਰਾਂਦਗਾਹ ਬਣ ਜੂਗੀ। ਪੁੰਨ ਬਣਾਉਂਦਾ ਬੰਦਗੀ ਵਾਸਤੇ। ਮਹਾਰਾਜ ਕਹਿੰਦੇ ਨੇ ਬਿਨ ਗੁਣ ਭਗਤ ਨਾ ਹੋਏ ਤੇਰੀ। ਗੁਣ ਕੀ ਹੈ? ਪੁੰਨ ਹੈ। ਜੇ ਪੁੰਨ ਤਾਂ ਇਕੱਠੇ ਕਰੀ ਜਾਂਦਾ ਤੇ ਬੰਦਗੀ ਨਹੀਂ ਕਰਦਾ। ਪੁੰਨਾਂ ਨੂੰ ਹੀ ਬੰਦਗੀ ਸਮਝ ਕੇ ਬੈਠ ਗਿਆ। ਹਾਂ ਵੀ ਭੁੱਖੇ ਨੂੰ ਰੋਟੀ ਛਕਾਤੀ, ਇਹ ਹੀ ਬੰਦਗੀ ਹੈ। ਨਹੀਂ ਭਾਈ, ਉਹ ਤਾਂ ਬੰਦਗੀ ਵਾਸਤੇ ਗਰਾਊਂਡ ਤਿਆਰ ਹੋ ਰਹੀ ਹੈ।
ਕਿਸੇ ਨੂੰ ਸਮੱਸਿਆ ਦੇ ਵਿੱਚੋਂ ਕੱਢ ਦਿੱਤਾ, ਉਹ ਕਿਸੇ ਦੇ ਮੈਂ ਕੰਮ ਆ ਗਿਆ, ਬੰਦਗੀ ਹੈ। ਨਹੀਂ, ਉਹ ਬੰਦਗੀ ਵਾਸਤੇ ਤਿਆਰੀ ਹੈ, ਉਹ ਤਾਂ ਬੰਦਗੀ ਵਾਸਤੇ ਤਿਆਰੀ ਹੈ। ਹਾਂ, ਬੰਦਗੀ ਜਦੋਂ ਸੰਪੂਰਨ ਹੁੰਦੀ ਹੈ ਤੇ ਕੰਮ ਫਿਰ ਵੀ ਇਹੀ ਹੁੰਦੇ ਨੇ। ਆਪਾਂ ਮਿਸਾਲ ਦੇਣੇ, ਲੈ ਫਲਾਣੇ ਗੁਰੂ ਸਾਹਿਬਾਂ ਨੇ ਆਪ ਸੇਵਾ ਕੀਤੀ ਹੈ ਭਾਈ, ਉਹ ਤਾਂ ਇੱਕਮਿਕ ਹੋ ਚੁੱਕੇ ਨੇ, ਉਹਨਾਂ ਦੀ ਤਾਂ ਹੁਣ ਡਿਊਟੀ ਲੱਗ ਗਈ ਹੈ। ਗੁਰ ਪਰਮੇਸ਼ਰ ਏਕੋ ਜਾਨ, ਹਰ ਜਨ ਦੀ ਏਕ ਹੈ। ਜਿਹੜੇ ਹਰ ਜਨ ਹਰੀ ਤੇ ਜਨ ਇੱਕ ਹੋ ਗਏ, ਉਹਨਾਂ ਦੀ ਵੀ ਡਿਊਟੀ ਲੱਗ ਗਈ, ਉਹਨਾਂ ਦੀ ਵੀ ਆਹ ਕਾਰਜ ਕਰਨੇ, ਰੱਬ ਵੱਲੋਂ ਡਿਊਟੀਆਂ ਲੱਗੀਆਂ। ਹੁਣ ਜਦੋਂ ਰੱਬ ਵੱਲੋਂ ਡਿਊਟੀਆਂ ਲੱਗੀਆਂ ਕੁਝ ਹੋਰ ਹੈ, ਇੱਕ ਅਸੀਂ ਆ ਪੁੰਨ ਬਣਾਉਂਦੇ ਪਏ ਆ ਵੀ ਸਾਡੀ ਕਿਤੇ ਬੰਦਗੀ ਹੋ ਜਾਵੇ, ਇਹ ਚੀਜ਼ ਹੋਰ ਹੈ, ਫਰਕ ਹੈ। ਕਾਰਜ ਉਹੀ ਹੈ, ਕਾਰਜ ਸੇਮ ਹੈ, ਕਾਰਜ ਇੱਕੋ ਹੀ ਹੈ, ਕੰਮ ਉਹੀ ਹੈ। ਅਸੀਂ ਭੁਲੇਖਾ ਖਾ ਜਾਂਦੇ, ਅਸੀਂ ਬੰਦਗੀ ਛੱਡ ਦਿੰਦੇ ਹਾਂ। ਫਲਾਨਾ ਗੁਰੂ ਸਾਹਿਬਾਨਾਂ ਨੇ ਵੀ ਸੇਵਾ ਕੀਤੀ ਹੈ ਅਤੇ ਬ੍ਰਹਮ ਗਿਆਨੀ ਫਲਾਣੇ ਉਹਨਾਂ ਨੇ ਵੀ ਸੇਵਾ ਕੀਤੀ ਹੈ, ਵੀ ਇਹੋ ਹੀ ਬੰਦਗੀ ਹੈ। ਨਹੀਂ ਭਾਈ, ਬੰਦਗੀ ਪੂਰਨ ਕਰਕੇ, ਉਹ ਤਾਂ ਆਪਣੀ ਡਿਗਰੀ ਪੂਰੀ ਕਰਕੇ ਤਾਂ ਪੜ੍ਹਾਉਣ ਲੱਗੇ ਹੋਏ ਨੇ, ਉਹਨਾਂ ਨੇ ਡਿਗਰੀ ਪਾਸ ਕਰ ਲਈ ਹੈ। ਸੋ ਭਾਈ, ਇਹ ਜਿਹੜੇ ਹੁਣ ਪੁੰਨ ਬਣਾ ਰਹੇ ਹੈ, ਇਹ ਹੈ ਗੁਣ ਪੈਦਾ ਕਰਦੇ ਪਏ ਬੰਦਗੀ ਵਾਸਤੇ ਹੈ। ਜੇ ਗੁਣ ਬਣਾ ਕੇ ਤੇ ਬੰਦਗੀ ਨਾ ਕੀਤੀ, ਇਹ ਤਾਂ ਇੰਝ ਹੈ ਜਿਵੇਂ ਭੋਜਨ ਤਾਂ ਤਿਆਰ ਕਰ ਲਿਆ, ਸਾਂਭਿਆ ਨਹੀਂ, ਜਾਂ ਕਹਿ ਲਓ ਕੱਚੀ ਰਸ ਕੋਲ ਪਈ ਆ, ਤੁਹਾਨੂੰ ਬਣਾਈ ਨਹੀਂ, ਪਕਾਉਣਾ ਨਹੀਂ ਆਇਆ, ਇਹ ਤਾਂ ਉਹ ਗੱਲ ਹੋ ਗਈ ਨਾ। ਫਿਰ ਉਸ ਰਸ ਦਾ ਕੀ ਫਾਇਦਾ? ਉਹ ਬਣਾਉਣਾ ਵੀ ਹੋਣਾ ਚਾਹੀਦਾ ਨਾ। ਮਿੱਟੀ ਹੈ, ਮਿੱਟੀ ਤੋਂ ਬਿਨਾਂ ਪੌਦਾ ਨਹੀਂ ਹੁੰਦਾ। ਗੁਣ ਕੀ ਹੈ? ਮਿੱਟੀ ਹੈ, ਹੈ ਨਾ। ਜਿਹੜਾ ਬੰਦਗੀ ਹੈ ਉਹ ਪੌਦਾ ਆ, ਬ੍ਰਹਮ ਗਿਆਨ ਦਾ ਬੂਟਾ ਆ, ਪੌਦਾ ਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਇਹ ਨਾਮ ਤੋਂ ਬਿਨਾਂ ਤਾਂ ਦਰਗਾਹ 'ਚ ਸਭ ਕੁਝ ਖੋਇਆ ਜਾਂਦਾ। ਜਿੰਨੇ ਮਰਜ਼ੀ ਪੁੰਨ ਕਰ ਲਾ, ਕੋਈ ਸੋਨਾ ਦਾਨ ਕਰਦਾ, ਜਿਹੜੇ ਦਾਨੀ ਨੇ ਉਹ ਇਸ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ, ਹਾਂ ਵੀ ਇੰਨਾ ਦਾਨ ਕਰ ਲਿਆ, ਸਾਨੂੰ ਹੁਣ ਬੰਦਗੀ ਦੀ ਲੋੜ ਨਹੀਂ। ਇਹ ਦਾਨ ਪੁੰਨ ਸਾਰਾ ਖੋਇਆ ਜਾਂਦਾ। ਮਹਾਰਾਜ ਕਹਿੰਦੇ ਜੇ ਸਾਨੂੰ ਕੋਈ ਕਹੇ ਵੀ ਦੇਖਿਆ, ਜੇ ਦੇਖਿਆ ਦਰਗਾਹ ਦੀਆਂ ਗੱਲਾਂ ਠੀਕ ਹੈ, ਦੇਖੀਆਂ ਤਾਂ ਨਹੀਂ, ਪਰ ਸੱਚੇ ਪਾਤਸ਼ਾਹ ਨੇ ਲਿਖਿਆ, ਜਿਹਨੇ ਦੇਖਿਆ ਉਹਨੇ ਲਿਖਿਆ, ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਲਿਖਿਆ। ਸੋ ਇਸ ਕਰਕੇ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਉਹਨੂੰ ਸੱਤ ਕਰਕੇ ਮੰਨਣਾ। ਹਾਂ, ਸਤਿਗੁਰੂ ਦਾ ਕਿਹਾ, ਸਤ ਕਰ ਮਾਨੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਦਈਓ ਵਿਸਾਰ ਵਿਗੁਚਣ, ਪ੍ਰਭ ਬਿਨਿ ਅਵਰ ਨਾ ਕੋਏ। ਦਈਓ ਪ੍ਰੇਰਕ ਅਕਾਲ ਪੁਰਖ, ਉਹਨੂੰ ਜੇ ਵਿਸਾਰ ਦਿੱਤਾ ਤਾਂ ਵਿਗੁਚਣਾ ਹੀ ਹੁੰਦਾ, ਖਰਾਬ ਹੀ ਹੁੰਦਾ, ਬੰਦਾ ਪਰੇਸ਼ਾਨ ਹੀ ਹੁੰਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਭਾਈ ਇੱਕ ਗੱਲ ਸਮਝ ਲਓ, ਭਾਈ ਰੱਬ ਨੂੰ ਵਿਸਾਰਨਾ ਕਾਹਦੇ ਵਾਸਤੇ ਹੈ? ਪ੍ਰਭ ਬਿਨਿ ਅਵਰ ਨਾ ਕੋਈ, ਰੱਬ ਤੋਂ ਬਿਨਾਂ ਕੁਝ ਕੋਈ ਹੈ? ਉਹ ਤੋਂ ਬਿਨਾਂ ਕੁਝ ਨਹੀਂ ਹੈ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੇ ਚਰਣੀ ਲੱਗਦੇ ਹੈ, ਸ਼ਬਦ ਨਾਲ ਜੁੜਦੇ ਹੈ, ਉਹਨਾਂ ਦੀ ਨਿਰਮਲ ਸੋਏ ਹੁੰਦੀ, ਨਿਰਮਲ ਸੋਭਾ ਹੁੰਦੀ, ਪਵਿੱਤਰ ਸੋਭਾ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਪਰਮਾਤਮਾ ਪਰਮੇਸ਼ਰ ਤੇਰੇ ਚਰਨਾਂ 'ਚ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਵੀ ਤੂੰ ਮੈਨੂੰ ਮਿਲ, ਫੇ ਪ੍ਰਾਪਤੀ ਹੈ। ਜੇ ਤੂੰ ਹੀ ਨਾ ਮਿਲਿਆ ਫੇ ਕਾਹਦੀ ਪ੍ਰਾਪਤੀ ਹੈ? ਕਹਿੰਦੇ ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਪਿਟੈ ਹਰ ਸੋਏ। ਇਹ ਜਿਹੜਾ ਨਵਾਂ ਵੇਸ ਫੇਈ ਚੰਗਾ ਲੱਗੂ ਜੇ ਉਹਦੇ ਪਿਆਰਿਆਂ ਦੇ ਨਾਲ ਮੇਲ ਬਣੂ। ਜਿਹੜਾ ਸੁਭਾਅ ਮਿਲਿਆ ਨਾ ਬੰਦਗੀ ਵਾਲਾ ਸੁਭਾਅ, ਇਹ ਨਵਾਂ ਵੇਸ ਮਿਲ ਜਾਂਦਾ ਨਾ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਬਾਣੀ ਪੜ੍ਹਨੀ, ਆਦਤਾਂ ਚੰਗੀਆਂ ਮਿਲ ਗਈਆਂ, ਨਵਾਂ ਵੇਸ ਹੈ। ਇਹ ਤਦੇ ਸੋਹਣਾ ਲੱਗਦਾ ਜੇ ਮੇਰੇ ਵਰਗ ਮੈਨੂੰ ਹੋਰ ਮਿਲਣ, ਜਾਂ ਸੰਤ ਭੇਟਾ ਹੋਰ ਸੋਈ ਬੰਦਗੀ ਵਾਲੇ ਮਿਲਣ, ਦੱਸਣੇ ਵਾਲੇ ਮਿਲਣ, ਪੁੱਛਣੇ ਵਾਲੇ ਮਿਲਣ, ਫੇਰ ਹੀ ਸੋਹਣਾ ਲੱਗਦਾ। ਫਿਰ ਇਸ ਕਰਕੇ ਜੇ ਦੱਸਣੇ ਪੁੱਛਣੇ ਵਾਲੇ ਨਹੀਂ ਮਿਲਦੇ ਤਾਂ ਫਿਰ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਚਾਹੁੰਦਾ ਕਿ ਮੈਨੂੰ ਸੰਗਤ ਮਿਲੇ। ਗੁਰੂ ਵੀ ਕਹਿੰਦਾ ਮੇਰੇ ਕੋਲ ਮੇਰੇ ਪਿਆਰੇ ਬੈਠਣ। ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ 5 ਸਾਜ਼ ਲਏ ਹੈ ਨਾ, ਪਿਆਰੇ ਸਾਜ਼ ਲਏ, ਉਹਨਾਂ ਨੂੰ ਪਿਆਰੇ ਆਖਿਆ, ਹਰ ਵਾਰ ਨਾਲ ਰੱਖਦੇ ਹੁੰਦੇ ਸੀ ਸੱਚੇ ਪਾਤਸ਼ਾਹ, ਪਿਆਰੇ ਸੀ ਨਾ ਵੀ।
ਪਿਆਰੇ ਸੀ, ਹਰ ਵਕਤ ਹੀ ਉਹਨਾਂ ਨੂੰ ਨਾਲ ਰੱਖਦੇ ਹੁੰਦੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸੋ ਅੱਜ ਵਿਸਾਖ ਦਾ ਮਹੀਨਾ ਆਰੰਭ ਹੈ, ਖਾਲਸਾ ਸਾਜਨਾ ਦਿਵਸ ਹੈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ। ਠੀਕ 9:30 ਵਜੇ ਗੈਲਰੀ ਦੇ ਵਿੱਚ ਭੋਗ ਦੇ ਸਲੋਕ ਸ਼ੁਰੂ ਹੋ ਜਾਣੇ, ਜਿੰਨੀਆਂ ਵੀ YouTube 'ਤੇ ਸੰਗਤਾਂ ਨੇ। ਸੋ ਭਾਈ ਸਾਥ ਦਿਓ, ਹਾਜ਼ਰ ਹੋਵੋ, ਗੁਰੂ ਕਾ ਹੁਕਮ ਮੰਨੋ ਅਤੇ ਵੱਧ ਚੜ੍ਹ ਕੇ ਸੋ ਸੇਵਾ ਕਰਾਓ, ਨਾਲ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਿੰਘ ਸਾਹਿਬ ਜੀ ਸਾਡੇ ਕੋਲ ਗਿਆਨੀ ਸਾਹਿਬ ਸਿੰਘ ਜੀ ਪਹੁੰਚੇ ਹੋਏ ਨੇ। ਸੋ ਪਹੁੰਚੋ, ਉਹਨਾਂ ਨੂੰ ਹੁਣ ਸ਼ਾਮ ਦੇ ਰੋਜ਼ ਦੀਵਾਨ 'ਚ ਕਥਾ ਕਰਦੇ ਨੇ। ਅੱਜ ਦੁਪਹਿਰ ਨੂੰ ਵੀ ਹਾਜ਼ਰੀ ਭਰਨਗੇ। ਸੋ ਹਾਜ਼ਰੀਆਂ ਭਰੋ, ਲਾਹਾ ਪ੍ਰਾਪਤ ਕਰੋ ਭਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣੋ। ਸੁਣਾਂਗੇ ਤਾਂ ਕਮਾਵਾਂਗੇ, ਜੇ ਬਚਨ ਹੀ ਨਾ ਸੁਣੇ ਤਾਂ ਕਮਾਉਣਾ ਕੀ ਹੈ। ਬਚਨ ਸੁਣਨੇ ਬੜੀ ਜ਼ਰੂਰੀ ਹਨ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਰੱਬ ਦੇ ਘਰ ਦੀਆਂ ਗੱਲਾਂ ਸੁਣੋ, ਰੱਬ ਨੇੜੇ ਹੀ ਲੱਗਦਾ, ਰੱਬ ਫੇਰ ਨਹੀਂ ਦੂਰ ਲੱਗਦਾ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ, ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਿਨਹੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰੌਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਟਾਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਵੰਸ਼ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੋਹਰਾਉ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਵਾਹਿਗੁਰੂ। ਪਛੀਆਂ ਜਪੀਆਂ ਤਪੀਆਂ ਸਿਰ ਕੁਬਾਨਾ, ਜਿਨ੍ਹਾਂ ਤੇਰਾ ਨਾਮ ਜਪਿਆ।
ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਵੇਦ ਸ਼ੀਸ਼ ਦਿੱਤੇ ਬਰਤਨ ਪਟਵਾਰੀਆਂ ਕੋਟੀਆਂ ਲਗਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਸੇਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਖਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਗੁਰਦਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਪਰਚਿਆ ਦੇਖ ਦੇਖ ਫਤਿਹ ਬਿਰਧ ਕੀ ਕਰੇ ਪੰਥ ਕੀ ਜੀ ਸਹਿਬ ਕੀ ਸਹਾਇ ਖਾਲਸਾ ਜੀ ਕੇ ਗੁਰਦੁਆਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਨਿਸ਼ਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਜੀ ਬਖਸ਼ੀ ਰੱਖੇ ਆਪ ਵਾਹਿਗੁਰੂ ਇਹ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜਾ ਜੀ ਸਾਹਿਬ ਦਾ ਮਹੀਨਾ ਆਰੰਭ ਹੋਇਆ ਸੋਹਣਾ ਦਾ ਭਾਵ ਦਿਹਾੜਾ ਹੈ ਅੱਜ ਦੇ ਦਿਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਆਪ ਜੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਸਾਡੇ ਅੱਜ ਖਾਲਸਾ ਸਾਡੇ ਨਾਲ ਵਿੱਚ ਹੈ ਬਾਦਸ਼ਾਹ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨਿਤਨੇਮ ਦੀਆਂ ਬਾਣੀਆਂ ਦੇ ਜਾ ਪਾਤਸ਼ਾਹ ਜੀ ਦੀ ਵਾਰ ਦੇ ਕੇ ਗੁਰੂ ਦਾ ਭਲਾ ਦੇਸ਼ ਸਰਬ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਜਾ ਗੁਰਾਂ ਦੀ ਕਿਰਪਾ ਬਾਣੀ ਦਾ ਮਹੱਤਵ ਆਇਆ ਸੰਤਾਂ ਨੂੰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਪੂਰੇ ਵਿਸ਼ਵ ਦੇ ਵਿੱਚ ਸੁਖ ਸ਼ਾਂਤੀ ਵਰਤਾਓ ਜਿੱਥੇ ਜਿੱਥੇ ਵੀ ਆਪ ਜੀ ਦੇ ਨਾਮ ਲੈਵਾਨ ਸਿੱਖ ਰਹਿ ਰਹੇ ਆਮਨ ਸਾਨੂੰ ਸਹਾਇ ਕਰੋ ਸੰਗਤਾਂ ਨੇ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਕਰਨੀਆਂ ਦੀ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਾਵਾਂ ਕੀਰਤਾਵਾਂ ਆਏ ਪਹੁੰਚਾਂ ਪਾਤਸ਼ਾਹ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਬਖਸ਼ੀਆਂ ਦਾਤਾ ਜੋ ਕੜਾ ਪ੍ਰਸ਼ਾਦੀਆਂ ਦੇ ਹਾਜ਼ਰੀਆਂ ਕਰੀ ਖਾਲਸਾ ਸ਼ਹੀਦ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਕਿਸੇ ਤੇ ਆਪ ਦਾ ਨਾਮ ਜਪੇ ਭਾਵ ਹੁਕਮ ਬਖਸ਼ੋ ਸੰਗਤਾਂ ਨੂੰ ਮਾਫ ਕਰੋ ਜੀ ਸਹੀ ਪਿਆਰੇ ਮੇਰੇ ਜਿਨ੍ਹਾਂ ਦੇ ਨਾਮ ਜਿੱਤੇ ਆਦਾ ਨਾਨਕ ਨਾਮ ਚੜ੍ਹਦੀ ਕਲਾ ਕੇ ਭਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰ ਆਗੇ ਆਪੇ ਅਕਾਲ ਕੀ ਨਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਲ ਕੋਮਲ ਚਾਹੈ ਉਹ ਸ਼ਬਦ ਮੈਂ ਲੈ ਰਾਜ ਹਰੀ ਦਾ ਖਾਲਸਾ ਆਖੀ ਰਹੇ ਨਾ ਕੋਈ ਆਰ ਮੈਂ ਸੰਗਲਾਂਗੀ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਗੁਰ ਪਾਰ ਉਤਾਰਨਾ ਰਾਜਾ ਕੀ ਹਾਥ ਮੈਂ ਕਲਗੀ ਸੋ ਹੈ ਸੀਸ ਗੁਰ ਕਲਗੀ ਪਰ ਰਿਗਤੀ ਸੋ ਨਿਹਾਲ ਸਤਿ ਸ੍ਰੀ ਅਕਾਲ।